क्योंकि पंजाबी जिथे भी जाते हैं अपना एक वखरा ही नगर वसा लेंदे हैं। पंजाबियों की अणख ਅਤੇ ਮਿਹਨਤ ਦੇ किस्से भी ਜਿਹੜੇ ਨੇ ਉਹ जग जाहिर हैं। ਇਸੇ ਤਰ੍ਹਾਂ ਦਾ ਇੱਕ ਮਿਹਨਤ ਅਤੇ ਅਣਖ ਨੂੰ ਲੈ ਕੇ ਇੱਕ ਕਿੱਸਾ ਜੋ ਹੈ ਉਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੋਣੇ ਵਿੱਚ ਵੇਖਣ ਨੂੰ ਮਿਲਦਾ ਹੈ। ਤਸਵੀਰਾਂ ਤੁਹਾਨੂੰ ਮੈਂ ਪਹਿਲਾਂ ਦਿਖਾ ਦਿੰਦਾ ਹਾਂ। ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਚੋਣੇ ਪਿੰਡ ਦੇ ਵਿੱਚ ਇਹ ਇੱਕ ਕੋਠੀ ਜੋ ਸਭ ਤੋਂ ਵੱਡੀ ਕੋਠੀ ਕਿਸੇ ਵੇਲੇ ਮੰਨੀ ਜਾਂਦੀ ਸੀ ਇਹ ਬਣੀ ਹੋਈ ਹੈ। ਇਹ ਦੋ ਪੰਜਾਬੀ ਭਰਾ ਜੋ ਕਿ ਇਸ ਪਿੰਡ ਚੋਣੇ ਦੇ ਹੀ ਰਹਿਣ ਵਾਲੇ ਸਨ, ਭਲਵਾਨੀ ਕਰਦੇ ਸਨ, ਗੁਰਦਿੱਤ ਸਿੰਘ ਅਤੇ ਹਾਕਮ ਸਿੰਘ, ਉਹਨਾਂ ਦੇ ਵੱਲੋਂ ਇਹ ਬਣਾਈ ਗਈ ਹੈ। ਮਿਹਨਤ ਸੀ ਉਹਨਾਂ ਦੋਵਾਂ ਪੰਜਾਬੀ ਭਰਾਵਾਂ ਦੀ, ਅਣਖ ਸੀ ਉਹਨਾਂ ਦੋਵਾਂ ਪੰਜਾਬੀ ਭਰਾਵਾਂ ਦੀ, ਜਿਸ ਕਾਰਨ ਉਹਨਾਂ ਨੇ ਇਹ ਏਡੀ ਵੱਡੀ ਕੋਠੀ ਜਿਹੜੀ ਹੈ ਇੱਥੇ ਬਣਾਈ। ਪਿੰਡ ਦੇ ਲੋਕਾਂ ਕੋਲੋਂ ਜੋ ਜਾਣਕਾਰੀ ਹਾਸਲ ਹੋਈ ਹੈ ਕਿ ਇਸ ਕੋਠੀ ਨੂੰ ਬਣਾਉਣ ਤੋਂ ਪਹਿਲਾਂ ਉਹਨਾਂ ਦੋਵਾਂ ਭਰਾਵਾਂ ਨੇ ਜੋ ਕਮਾਈ ਕੀਤੀ ਸੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੀ ਭਲਵਾਨੀ ਦੇ ਜੋਹਰ ਵਿਖਾ ਕੇ, ਉਸ ਤੋਂ ਪਹਿਲਾਂ ਉਸ ਕਮਾਈ ਤੋਂ ਇੱਥੇ ਉਹਨਾਂ ਨੇ ਦੋ ਪੱਠੇ ਲਗਾਏ ਅਤੇ ਉੱਥੇ ਜਿਹੜੀ ਇੱਟ ਤਿਆਰ ਕੀਤੀ, ਉਸ ਇੱਟ ਦੇ ਨਾਲ ਇਹ ਕੋਠੀ ਜਿਹੜੀ ਸੀ ਮਹਿਲਨੁਮਾ ਕੋਠੀ ਉਹਨਾਂ ਨੇ ਆਪਣੇ ਵਾਸਤੇ ਬਣਾਈ। ਮਿਹਨਤ ਕਿਉਂ ਕੀਤੀ, ਅਣਖ ਕਿਉਂ ਜਾਗੀ ਉਹਨਾਂ ਦੀ, ਚੱਲ ਕੇ ਕੁਝ ਲੋਕ ਇੱਥੇ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਜਾ ਕੇ ਗੱਲਬਾਤ ਕਰਦੇ ਹਾਂ। ਇਸ ਪਿੰਡ ਦੇ ਹੀ ਰਹਿਣ ਵਾਲੇ ਹਨ ਅਤੇ ਨਾਲ ਹੀ ਇਤਿਹਾਸਕਾਰ ਵੀ ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਚੱਲ ਕੇ ਗੱਲਬਾਤ ਕਰਦੇ ਹਾਂ ਕਿ ਕਿਉਂ ਉਹਨਾਂ ਪੰਜਾਬੀ ਭਰਾਵਾਂ ਦੀ ਅਣਖ ਜਾਗੀ, ਕਿਉਂ ਉਹਨਾਂ ਨੇ ਮਿਹਨਤ ਕੀਤੀ ਅਤੇ ਐਡੀ ਵੱਡੀ ਕੋਠੀ ਇਸ ਪਿੰਡ ਦੇ ਵਿੱਚ ਬਣਾਈ। ਸਾਡੇ ਨਾਲ ਇੱਥੇ ਮੌਜੂਦ ਨੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਬਾਠ ਦੇ ਸਪੁੱਤਰ ਜੋ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਵੀ ਰਹਿ ਚੁੱਕੇ ਨੇ, ਤਰਲੋਕ ਸਿੰਘ ਬਾਠ, ਉਹਨਾਂ ਦਾ ਹੀ ਇਹ ਪਿੰਡ ਹੈ। ਇਹਨਾਂ ਕੋਈ ਜਾਣਕਾਰੀ ਲੈਂਦੇ ਹਾਂ। ਬਾਠ ਸਾਹਿਬ, ਇਹ ਕੋਠੀ ਕਿਉਂ ਕਿਸ ਤਰੀਕੇ ਨਾਲ ਭਰਾਵਾਂ ਵੱਲੋਂ ਬਣਾਈ ਗਈ ਅਤੇ ਕਿਉਂ ਇੱਥੇ ਐਡੀ ਵੱਡੀ ਕੋਠੀ ਖੜੀ ਕੀਤੀ ਗਈ? ਦੇਖੋ ਜੀ, ਇਹ ਕੋਠੀ ਸਾਡੇ ਏਰੀਏ ਦਾ ਮਾਣ ਹੈ। ਅਕਸਰ ਲੋਕ ਇਹਨੂੰ ਕਹਿੰਦੇ ਆ ਚੀਨੀਆਂ ਦੀ ਕੋਠੀ। ਇਹਨਾਂ ਦੇ ਮਾਲਕ ਸਰਦਾਰ ਗੁਰਦਿੱਤ ਸਿੰਘ ਜੀ, ਸਰਦਾਰ ਹਾਕਮ ਸਿੰਘ ਜੀ, ਜੋ ਇਸੇ ਪਿੰਡ ਦੇ ਵਸਨੀਕ ਸਨ, ਉਹ ਕਿਸੇ ਸਮੇਂ ਕਿਸੇ ਦੌਰ ਦੇ ਵਿੱਚ ਗਰੀਬ ਪਰਿਵਾਰ ਸੀ, ਇੰਨੇ ਕੋਈ ਸੀਮਤ ਸਾਧਨ ਨਹੀਂ ਸੀ ਹੈਗੇ, ਪਰ ਕੁਸ਼ਤੀ ਬੜੀ ਵਧੀਆ ਕਰਦੇ ਸੀ। ਉਹ ਜਿਵੇਂ ਕਿਤੇ ਸਮੇਂ ਨੇ ਗੇੜ ਬਦਲੀ ਕੀਤਾ, ਕੁਸ਼ਤੀ ਕਰਦੇ ਕਰਦੇ ਉਹ ਘਰੋਂ ਬਾਹਰ ਨਿਕਲੇ ਪੈਸਾ ਕਮਾਉਣ ਦੇ ਲਾਲਚ 'ਚ। ਉਹ ਤੁਰਦੇ ਫਿਰਦੇ ਬੰਬੇ ਚਲ ਗਏ। ਉੱਥੇ ਇਹਨਾਂ ਦੀ ਕੁਸ਼ਤੀ ਕੇ ਗੋਰੇ ਨੇ ਵੇਖ ਲਈ, ਉਹ ਉਹਨਾਂ ਨੂੰ ਬਾਹਰ ਲੈ ਗਿਆ ਇੰਡੋਨੇਸ਼ੀਆ, ਮੈਦਾਨ ਸ਼ਹਿਰ 'ਚ। ਉੱਥੇ ਜਾ ਕੇ ਉਹਨਾਂ ਨੇ ਬਹੁਤ ਜਿੱਥੇ ਮਿਹਨਤ ਵੀ ਕੀਤੀ ਅਤੇ ਕਿਸਮਤ ਨੇ ਵੀ ਰੰਗ ਇਹੋ ਜਿਹਾ ਗੇੜ ਬਣਿਆ ਕਿ ਉਹ ਕੁਛ ਸਾਲਾਂ ਵਿੱਚ ਹੀ ਇੰਨੇ ਅਮੀਰ ਹੋ ਗਏ ਵੀ ਉਹਨਾਂ ਸ਼ਹਿਰ ਦੇ ਜਿਹੜੇ 94 ਅਮੀਰਾਂ ਸੀ ਉਹਨਾਂ 'ਚੋਂ ਇੱਕ ਦੂਜਾ ਨੰਬਰ ਉਹਨਾਂ ਦਾ ਸੀਗਾ। ਸੁਣਿਆ ਵੀ ਉੱਥੇ ਜਦੋਂ ਰਹਿੰਦੇ ਸੀਗੇ ਮੈਦਾਨ ਸ਼ਹਿਰ ਦੇ ਵਿੱਚ 16 ਸਿਨੇਮੇ ਸੀ ਉਸ ਟਾਈਮ ਅਤੇ 14 ਇਸ ਪਰਿਵਾਰ ਦੇ ਸੀ, ਅਤੇ ਤਕਰੀਬਨ 2 ਲਾਈਨਾਂ ਰੋਜ਼ ਜਿਹੜੀ ਮਕਾਨ ਸੀ ਇਹਨਾਂ ਕੋਲ, 2-2 ਮੰਜ਼ਿਲਾਂ 3-3 ਮੰਜ਼ਿਲਾਂ। ਅਤੇ ਫਿਰ ਉਹਨਾਂ ਨੇ ਆਪਣਾ ਜਿਹੜਾ ਮੂੰਹ ਉਹ ਪਿੰਡ ਵੱਲ ਕੀਤਾ, ਆਪਣੀ ਜੰਮਣ ਭੌਂ ਵੱਲ ਯਾਦ ਆਈ, ਇੱਥੇ ਆਏ। ਇੱਥੇ ਆਣ ਕੇ ਪਹਿਲਾਂ 2 ਪੱਠੇ ਚਾਲੂ ਕੀਤੇ, ਜਿਹਨੇ ਉਦੋਂ ਛੋਟੇ ਛੋਟੇ ਚੱਲਦੇ ਹੁੰਦੇ ਸੀਗੇ। ਉਹ ਇੱਟ ਤਿਆਰ ਕਰਕੇ ਅਤੇ ਫਿਰ ਇਹ ਕੋਠੀ ਨੁਮਾ ਮਕਾਨ ਬਣਾਇਆ। 100-125 ਏਕੜ ਜ਼ਮੀਨ ਖਰੀਦੀ, 3-4 ਸਾਲ ਇੱਥੇ ਉਹ ਰਹੇ। ਅਤੇ ਇਹ ਵੀ ਸੁਣਿਆ ਵਾ ਕਿ ਉਹਨਾਂ ਦੋਵਾਂ ਪਰਿਵਾਰਾਂ ਕੋਲ 100 ਵਿਅਕਤੀ ਜੰਝ ਸਾਂਭਣ ਦਾ ਸਮਾਨ ਵੀ ਸੀ। ਜੇ ਕਿਸੇ ਗਰੀਬ ਪਰਿਵਾਰ ਨੂੰ ਕੋਈ ਲੋੜ ਪੈਂਦੀ ਆ ਤਾਂ ਉਹਨਾਂ ਕੋਲ ਇੰਨਾ ਸੀਗਾ ਵੀ 100 ਜਿਹੜਾ ਜੰਝੀ ਆ ਉਹ ਸਾਂਭ ਸਕਦੇ ਸੀ। ਉਹ ਕਹਿੰਦੇ ਜਦੋਂ ਇਹ ਕੋਠੀ ਤਿਆਰ ਕੀਤੀ ਗਈ ਸੀ ਤਾਂ ਬਟਾਲੇ ਸ਼ਹਿਰ ਦਾ ਲੋਹਾ ਵੀ ਮੁੱਕ ਗਿਆ ਸੀ। ਹਾਂਜੀ, ਬਿਲਕੁਲ ਇਹੀ ਸੁਣਿਆ। ਪਰ ਉਦੋਂ ਵੇਖੋ ਹੁਣ 100 ਸਾਲ ਇਹ ਕੋਠੀ ਬਣੀ ਨੂੰ ਹੋ ਗਏ ਆ, ਅਤੇ 100 ਸਾਲ ਪਹਿਲਾਂ ਬਟਾਲੇ ਸ਼ਹਿਰ 'ਚ ਕਿੰਨਾ ਕੁ ਲੋਹਾ ਹੋਏਗਾ? ਜਿੰਨਾ ਵੀ ਸੀਗਾ ਉਹ ਸਾਰਾ ਖਤਮ ਹੋ ਗਿਆ। ਅਤੇ ਇਹ ਵੀ ਸੁਣਿਆ ਕਿ ਜਿਹੜੇ ਸਾਡੇ ਬਜ਼ੁਰਗ ਸੀ ਨਾ, ਬੜੇ ਬੜੇ ਜਵਾਨ ਸੀਗੇ, ਉਹਨਾਂ ਤੋਂ ਗਾਡਰ ਚੁੱਕ ਕੇ ਲੈ ਆਉਣੇ। ਹਾਂਜੀ, ਇਹਨਾਂ ਨੇ ਸੇਵਾ ਪਾਣੀ ਕਰਨਾ, ਉਹਨਾਂ ਨੂੰ ਘਿਓ ਖਵਾਉਣਾ। ਹਾਂਜੀ, ਅਤੇ ਸਾਰਾ ਲੋਹਾ ਖਤਮ ਹੋ ਗਿਆ ਸੀਗਾ। ਅਤੇ ਇਹ ਕੋਠੀ ਦਾ ਕਿਉਂ ਨਹੀਂ ਫਿਰ ਸਾਂਭ ਸੰਭਾਲ ਹੋ ਸਕੀ? ਕਿਉਂਕਿ ਉਹ ਇੱਥੇ ਰਹਿੰਦੇ ਰਹੇ, ਫਿਰ ਇੱਥੋਂ ਵਾਪਸ ਚਲੇ ਗਏ, ਮਗਰੋਂ ਕਿਉਂ ਇਹ ਹੁਣ ਇਸ ਕੋਠੀ 'ਚ ਉਜਾੜਾ ਪੈ ਚੁੱਕਾ? ਦੇਖੋ 3-4 ਸਾਲ ਰਹਿਣ ਤੋਂ ਬਾਅਦ ਜਦੋਂ ਵਾਪਸ ਚਲ ਗਏ ਅਤੇ ਫਿਰ ਕਿਸੇ ਦਾ ਵੀ ਧਿਆਨ ਨਹੀਂ ਇਹ ਕੰਮ 'ਚ ਆਇਆ। ਹਾਂਜੀ, ਜਾਂ ਤਾਂ ਉਹਨਾਂ ਨੂੰ ਇੱਥੇ ਕੋਈ ਲੋੜ ਹੁੰਦੀ ਵੀ ਇੱਥੇ ਆ ਕੇ ਉਹਨਾਂ ਨੇ ਵਾਹੀ ਕਰਨੀ ਆ, ਕੋਈ ਪੈਸੇ ਕਮਾਉਣੇ ਆ। ਪੈਸੇ ਤਾਂ ਉਹਨਾਂ ਕੋਲ ਪਹਿਲਾਂ ਬੇਅਥਾਹ ਸੀਗੇ, ਗਿਣਤੀ ਤੋਂ ਬਾਹਰ ਸੀਗੇ, ਅਤੇ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਦਾ ਅਗਲਾ ਪਰਿਵਾਰ, ਅਗਲੀਆਂ ਪੀੜ੍ਹੀਆਂ ਜਿਹੜੀਆਂ ਸੀ ਉਹ ਆਪਣੇ ਮੁਲਕ ਨੂੰ ਸਮਰਪਿਤ ਹੋ ਗਈਆਂ, ਅਤੇ ਇੱਥੇ ਸਿਰਫ ਆਉਂਦੇ ਰਹੇ ਆ, ਜਾਂ ਇਹਦੇ ਲਗੇੜਾ ਮਾਰ ਲੈਣਾ, ਕੋਠੀ ਵੇਖ ਲੈਣਾ, ਫੋਟੋ ਖਿਚਾ ਲੈਣੀਆਂ। ਅਤੇ ਇਹ ਵੀ ਸਾਡੇ ਬਾਬਿਆਂ ਦੀ ਪੜਦਾਦਿਆਂ ਦੀ ਜਾਇਦਾਦ ਵਾ, ਪਰ ਇਹ ਤੋਂ ਵੱਧ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਬਿਲਕੁਲ, ਕਿਤੇ ਨਾ ਕਿਤੇ ਇਹਨਾਂ ਦੋਵਾਂ ਪੰਜਾਬੀ ਭਰਾਵਾਂ ਦੀ ਮਿਹਨਤ ਜਾਂ ਫਿਰ ਕਹਿ ਲਈਏ ਅਣਖ, ਉਹ ਜਦੋਂ ਜਾਗੀ ਤਾਂ ਇਹ ਕੋਠੀ ਚੋਣੇ ਪਿੰਡ 'ਚ ਤਿਆਰ ਹੋਈ। ਕੁਛ ਹੋਰ ਵੀ ਲੋਕ ਸਾਡੇ ਨਾਲ ਇੱਥੇ ਮੌਜੂਦ ਨੇ। ਵੀਰ ਜੀ,
ਤੁਸੀਂ ਦੱਸ ਰਹੇ ਸੀ ਕਿ ਇੱਥੇ ਫਿਲਮਾਂ ਦੀ ਸ਼ੂਟਿੰਗ ਵੀ ਹੁੰਦੀ ਰਹੀ, ਪੰਜਾਬੀ ਗਾਣਿਆਂ ਦੀ ਸ਼ੂਟਿੰਗ ਵੀ ਹੁੰਦੀ ਰਹੀ, ਕਿਸ ਤਰੀਕੇ ਨਾਲ ਉਹ ਸ਼ੂਟਿੰਗ ਇੱਥੇ ਚੱਲਦੀ? ਸ਼ੂਟਿੰਗ ਇੱਥੇ ਜੀ ਕਾਫੀ ਫਿਲਮਾਂ ਦੀ ਹੋਈ ਜੀ, ਮਤਲਬ ਗਾਣਿਆਂ ਦੀ, ਫਿਲਮਾਂ ਦੀ ਕਈ ਦਿਨ ਹੁੰਦੀ ਰਹਿੰਦੀ ਹੈ ਜੀ। ਹਾਂਜੀ, ਤੁਸੀਂ ਦੱਸਿਆ ਸਾਨੂੰ ਨਲਕੇ ਬਾਰੇ ਜੋ। ਹਾਂਜੀ, ਇਹਦੇ ਵਿੱਚ ਨਲਕਾ ਲੱਗਾ ਸੀ ਜੀ, ਅਤੇ ਇਹਦੇ ਉੱਪਰ ਤੱਕ ਜਾਂਦਾ ਸੀ ਪਾਣੀ ਇੱਥੋਂ। ਸਾਡੇ ਬਜ਼ੁਰਗ ਦੱਸਦੇ ਕਿ ਇੱਥੋਂ ਸਾਡੇ ਪਿੰਡ ਦੇ ਲੋਕ ਵੀ ਪਾਣੀ ਮਤਲਬ ਇੱਥੋਂ ਲੈਂਦੇ ਰਹੇ ਆ ਜੀ। ਹਾਂਜੀ, ਇਹ ਫਿਰ ਕੋਠੀ ਉਸ ਸਮੇਂ ਇੱਕ ਮਹਿਲ ਹੀ ਕਹਿ ਸਕਦੇ ਹਾਂ। ਮਹਿਲ ਹੀ ਹੈ ਜੀ, ਇਹੋ ਜਿਹੀ ਚੀਜ਼ ਬਣਾਉਣੀ ਬੜੀ ਵੱਡੀ ਗੱਲ ਆ, ਬੜੀ ਮਤਲਬ ਸਾਡੇ ਪਿੰਡ ਵਾਸਤੇ ਮਾਣ ਵਾਲੀ ਗੱਲ ਵੀ ਹੈ ਜੀ। ਬਿਲਕੁਲ, ਇਸ ਪਿੰਡ ਦੇ ਵਾਸਤੇ ਮਾਣ ਵਾਲੀ ਗੱਲ ਵੀ ਹੈ, ਪਰ ਜਦੋਂ ਤਿਆਰ ਕੀਤੀ ਗਈ ਇਸ ਨੂੰ ਇੱਕ ਮਹਿਲ ਦਾ ਰੂਪ ਦਿੱਤਾ ਗਿਆ। ਜੋ ਉਹਨਾਂ ਕੋ ਜਿੱਦਾਂ ਉਹਨਾਂ ਕੋਲ ਪੈਸੇ ਦੀ ਤਾਕਤ ਸੀ, ਉਹ ਸਾਰਾ ਪੈਸਾ ਵੀ ਉਹਨਾਂ ਨੇ ਇੱਥੇ ਲਗਾਇਆ, ਆਪਣੀ ਸੁੱਖ ਸਹੂਲਤਾਂ ਵੀ ਇੱਥੇ ਸਾਰੀਆਂ ਕਾਇਮ ਕੀਤੀਆਂ। ਸਾਡੇ ਨਾਲ ਇਤਿਹਾਸਕਾਰ ਜੋ ਕਿ ਪੁਰਾਣੀਆਂ ਇਸ ਤਰੀਕੇ ਦੀਆਂ ਜਿਹੜੀਆਂ ਇਤਿਹਾਸਕ ਚੀਜ਼ਾਂ ਨੇ ਜਾਂ ਕਹਿ ਲਈਏ ਧਰੋਹਰਾਂ ਨੇ, ਉਹਨਾਂ ਦੇ ਵਾਸਤੇ ਖੋਜ ਕਰਦੇ ਰਹਿੰਦੇ ਨੇ ਇਤਿਹਾਸ ਦੇ ਵਿੱਚ, ਅਤੇ ਨਾਲ ਦੀ ਨਾਲ ਸਰਕਾਰ ਦੇ ਵਿੱਚ DPRO ਦੀ ਸੇਵਾ ਵੀ ਨਿਭਾ ਰਹੇ ਨੇ। ਇੰਦਰਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਇੰਦਰਜੀਤ ਜੀ, ਕਿਸ ਤਰੀਕੇ ਨਾਲ ਸੋਚਦੇ ਹੋ ਕਿ ਕਿੰਨੀ ਕੁ ਪੁਰਾਣੀ ਇਹ ਕੋਠੀ ਹੋਏਗੀ, ਅਤੇ ਜਿਸ ਤਰੀਕੇ ਨਾਲ ਤੁਸੀਂ ਇਹ ਦੇਖਦੇ ਹੋ ਜਾਂ ਇਹਦਾ ਇਤਿਹਾਸ ਤੁਸੀਂ ਖੋਜਿਆ, ਕੀ ਕੁਛ ਉਹਦੇ ਵਿੱਚ ਤੱਥ ਸਾਹਮਣੇ ਆਏ? ਦੇਖੋ, ਪਹਿਲੀ ਗੱਲ ਤਾਂ ਇਹ ਕਿ ਇਹਦਾ ਕੋਈ ਲਿਖਤੀ ਇਤਿਹਾਸ ਨਹੀਂ ਮਿਲਦਾ ਹੈ, ਕਿਉਂਕਿ ਇਹ 100 ਸਾਲ ਪੁਰਾਣੀ ਗੱਲ ਆ। ਸਾਡੇ ਬਜ਼ੁਰਗਾਂ ਦਾਦਿਆਂ ਕੋ ਜਾਂ ਇਸ ਪਿੰਡ ਦੇ ਜਿਹੜੇ ਬਜ਼ੁਰਗ ਆ, ਕੈਬਨਿਟ ਮੰਤਰੀ ਇਸ ਪਿੰਡ ਦੇ ਹੀ ਸਰਦਾਰ, ਸਾਬਕਾ ਕੈਬਨਿਟ ਮੰਤਰੀ ਸਰਦਾਰ ਬਲਬੀਰ ਸਿੰਘ ਬਾਠ, ਉਹਨਾਂ ਕੋਲ ਵੀ ਆਪਾਂ ਸੁਣਿਆ। ਸੋ ਹੋਰ ਵੀ ਇਲਾਕੇ ਜਿਹੜੀ ਚਰਚਾ ਵਾ ਉਸ ਆਧਾਰ 'ਤੇ ਜਦੋਂ ਆਪਾਂ ਥੋੜ੍ਹੀ ਛਾਣਬੀਣ ਕੀਤੀ ਤਾਂ ਇਹੋ ਹੀ ਗੱਲ ਸਾਹਮਣੇ ਆਈ ਕਿ ਜਿਹੜੇ 2 ਭਰਾ ਸੀ, ਭਲਵਾਨ ਭਰਾ, ਪਿੰਡ 'ਚ ਗਰੀਬੀ ਸੀ, ਭਲਵਾਨੀ ਦੇ ਸਿਰ 'ਤੇ ਪਹਿਲੋਂ ਇਲਾਕੇ 'ਚ ਨਾਂ ਬਣਾਇਆ, ਫਿਰ ਦੇਸ਼ ਦੇ ਵੱਡੇ ਸ਼ਹਿਰਾਂ 'ਚ ਨਾਂ ਬਣਿਆ। ਉਸ ਤੋਂ ਬਾਅਦ ਇੰਡੋਨੇਸ਼ੀਆ ਜਾਂਦੇ ਆ ਤਾਂ ਉੱਥੇ ਵੀ ਭਲਵਾਨੀ ਦੇ ਸਿਰ 'ਤੇ ਹੀ ਬਹੁਤ ਪੈਸਾ ਕਮਾਉਂਦੇ ਆ। ਸੁਣਨ 'ਚ ਇਹ ਵੀ ਆਇਆ ਕਿ ਉੱਥੇ ਇੱਕ ਭਰਾ ਦਾ ਵਿਆਹ ਵੀ ਇੰਡੋਨੇਸ਼ੀਆ 'ਚ ਹੋ ਗਿਆ ਸੀ, ਅਤੇ ਉਹ ਪਰਿਵਾਰ ਕਾਫੀ ਉੱਥੇ ਅਮੀਰ ਸੀ। ਸੋ ਇੱਦਾਂ ਕਰਕੇ ਸਬੱਬ ਬਣ ਗਿਆ, ਅਮੀਰੀ ਆ ਗਈ, ਅਤੇ ਅਮੀਰੀ ਆਉਣ ਤੋਂ ਬਾਅਦ ਜਿੱਦਾਂ ਇਨਸਾਨੀ ਫਿਤਰਤ ਵੀ ਆ ਵੀ ਹਰ ਬੰਦਾ ਮੁੜ ਕੇ ਚਾਹੁੰਦਾ ਵੀ ਮੈਂ ਜਾ ਕੇ ਦੱਸਾਂ ਵੀ ਮੈਂ ਅਮੀਰ ਆ, ਜਾਂ ਆਪਣੇ ਇਲਾਕੇ ਪਿੰਡ ਨੂੰ ਅਣਖ ਜਾਗ ਜਾਂਦੀ ਹੈ। ਉਹ ਵੀ ਕਹਾਣੀ ਇੱਦਾਂ, ਜਦੋਂ ਕਹਿੰਦੇ ਵੀ ਜਦੋਂ ਵਾਪਸ ਆਏ ਆ ਉੱਥੋਂ, ਅਤੇ ਪਿੰਡ ਵਾਲਿਆਂ ਨੂੰ ਨਹੀਂ ਪਤਾ ਵੀ ਇਹ ਉੱਥੇ ਕਿੱਥੇ ਗਏ ਆ, ਕਿਉਂਕਿ ਉਦੋਂ ਨਾ ਕੋਈ ਟੈਲੀਫੋਨ ਹੀ, ਨਾ ਕੋਈ ਅੱਜ ਵਾਂਗੂ ਸੰਚਾਰ ਸਾਧਨ ਸੀ। ਅਤੇ ਜਦੋਂ ਇੱਥੇ ਆਉਂਦੇ ਆ ਅਤੇ ਇੱਕ ਭਰਾ ਦਾ ਵਿਆਹ ਹੋ ਗਿਆ ਸੀ, ਦੂਜੇ ਦੇ ਵਿਆਹ ਦੀ ਗੱਲ ਚੱਲੀ, ਅਤੇ ਜਦੋਂ ਰਿਸ਼ਤੇ ਵੱਲੋਂ ਆਖਿਆ ਇੱਕ ਦੂਜੇ ਨੂੰ, ਅਤੇ ਕਿਸੇ ਨੇ ਮਿਹਣਾ ਮਾਰਿਆ ਕਿ ਨਾ ਤੁਹਾਡੀ ਕੁੱਲੀ ਨਾ ਜੁੱਲੀ, ਕਿਉਂਕਿ ਪਹਿਲੋਂ ਤਾਂ ਗਰੀਬ ਬੜੇ ਸੀ ਵੀ ਤੁਹਾਨੂੰ ਕੁੜੀ ਕਿਹਨੇ ਦੇਣੀ ਆ। ਬਟ ਫਿਰ ਉਹਨਾਂ ਨੂੰ ਲੱਗਾ ਵੀ ਅਸੀਂ ਇਹਨਾਂ ਨੂੰ ਥੋੜ੍ਹਾ ਗੱਲ ਕਹੀ ਆ, ਵਿਆਹ ਕੇ ਦੱਸਣੀ ਗੱਲ ਏ। ਸੋ ਕਹਿੰਦੇ ਕਿ ਪਹਿਲੋਂ ਜ਼ਮੀਨ ਕਾਫੀ ਖਰੀਦੀ ਆ, ਅਤੇ ਫਿਰ ਇੱਥੇ ਇੱਕ ਭੱਠਾ ਲਾ ਕੇ ਬਹੁਤ ਵੱਡੀ ਕੋਠੀ, ਜਿਹੜੀ ਅੱਜ ਵੀ ਜਿਹੜਾ ਇੱਕ ਤੁਹਾਨੂੰ ਆਹ ਵੱਡੀ ਬਿਲਡਿੰਗ ਦੇ ਰਹੀ ਹੈ, ਇਹਦੇ ਆਲੇ ਦੁਆਲੇ ਹੋਰ ਕਾਫੀ ਬਿਲਡਿੰਗਾਂ ਸੀ, ਅਤੇ ਉਹ ਸਮੇਂ ਦੇ ਨਾਲ ਢਹਿ ਗਈਆਂ। ਸੋ ਉਹ ਸਮੇਂ ਜਦੋਂ ਕੱਚੇ ਘਰਾਂ ਦੇ ਦੌਰ ਸੀ, ਉਸ ਸਮੇਂ 'ਚ ਇੱਕ ਐਡੀ ਵੱਡਾ ਮਹਿਲਨੁਮਾ ਕੋਠੀ ਬਣ ਜਾਣੀ, ਇਹ ਉਹਨਾਂ ਭਰਾਵਾਂ ਦੀ ਮਿਹਨਤ ਨੂੰ ਦਰਸਾਉਂਦੀ ਹੈ। ਜੇ ਮਜ਼ਬੂਤੀ ਦੀ ਗੱਲ ਕੀਤੀ ਜਾਵੇ, ਜਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਜਾਂ ਅਸੀਂ ਦੇਖ ਕੇ ਆਏ ਹਾਂ, ਮਜ਼ਬੂਤੀ ਜੇ ਗੱਲ ਕੀਤੀ ਜਾਵੇ ਅੱਜ ਕੱਲ੍ਹ ਦੀਆਂ ਬਿਲਡਿੰਗਾਂ ਨਾਲੋਂ, ਤੇ ਇਹਦੀ ਮਜ਼ਬੂਤੀ ਕਿਸ ਤਰੀਕੇ ਦੀ? ਇਸ ਤਰ੍ਹਾਂ ਜੀ, ਜਿਹੜੇ ਉਹ ਭਰਾ ਸੀ ਉਹ ਪਹਿਲੋਂ ਤੋਂ ਦੇਸ਼ ਦੇ ਵੱਡੇ ਸ਼ਹਿਰਾਂ 'ਚ ਕਲਕੱਤੇ, ਬੰਬੇ ਗਏ ਸੀ, ਉਸ ਤੋਂ ਬਾਅਦ ਦੁਨੀਆ ਦੇ ਦੂਜੇ ਦੇਸ਼ਾਂ 'ਚ ਘੁੰਮੇ ਸੀ। ਸੋ ਉਹਨਾਂ ਨੇ ਇੱਕ ਵੇਖਿਆ ਸੀ ਵੀ ਬਾਹਰਲੇ ਦੇਸ਼ਾਂ 'ਚ ਕਿੱਦਾਂ ਦੀਆਂ ਇਮਾਰਤਾਂ ਵਾ। ਸੋ ਇਹ ਸੁਣਨ 'ਚ ਆਇਆ ਕਿ ਜਦੋਂ ਵਾਪਸ ਆ ਕੇ ਜਦੋਂ ਕੋਠੀ ਬਣਾਉਣੀ ਸ਼ੁਰੂ ਕੀਤੀ, ਅਤੇ ਜਿਹੜਾ ਲਾਹੌਰ ਸੀ ਸਾਡੇ ਪੰਜਾਬ ਦੀ ਰਾਜਧਾਨੀ, ਸਾਡੇ ਇੱਥੋਂ ਮਾਝੇ ਦਾ ਸ਼ਹਿਰ ਸੀ, ਉਹ ਵੀ ਕੋਈ ਜ਼ਿਆਦਾ ਦੂਰ ਵੀ ਨਹੀਂ ਸੀ, ਕਹਿੰਦੇ ਕਿ ਉੱਥੋਂ ਉਹਨਾਂ ਨੇ ਆਰਕੀਟੈਕਟ ਬੁਲਾਏ, ਅਤੇ ਮੁਸਲਮਾਨ ਜਿਹੜੇ ਕਾਰੀਗਰ ਸੀ ਉਹ ਆਏ ਆ, ਅਤੇ ਉਹਨਾਂ ਨੇ ਸਭ ਤੋਂ ਬੈਸਟ ਚੀਜ਼ ਜਿਹੜੀ ਵੀ ਜਿੱਥੋਂ ਮਿਲੀ ਆ, ਕੋਈ ਜਾਂ ਜਿੱਥੇ ਟਾਈਲਾਂ ਤੁਸੀਂ ਦੇਖ ਲਓ, ਉਹ ਟਾਈਲਾਂ ਅੱਜ ਵੀ ਉੱਦਾਂ ਹੀ ਉਹਨਾਂ ਦਾ ਰੰਗ ਆ। ਸੋ ਉਹਨਾਂ ਨੇ ਇੱਕ ਵਧੀਆ ਨਕਸ਼ਾ ਬਣਾ ਕੇ, ਅਤੇ ਹਰ ਚੀਜ਼ ਇੰਨੀ ਪਾਏਦਾਰ ਵਰਤੀ ਆ ਕਿ ਉਹ ਵੱਖਰੀ ਗੱਲ, ਤੋੜਨ ਵਾਲਿਆਂ ਤੋੜਤੀਆਂ ਜਾਂ ਪੂਰਾ ਵਾਹ ਲਾ ਕੇ ਵੀ ਹਟ ਕੇ ਕਈ ਚੀਜ਼ਾਂ ਉਹਨਾਂ ਕੋਲ ਟੁੱਟੀਆਂ ਵੀ ਨਹੀਂ, ਪਰ ਇਹ ਫਿਰ ਵੀ ਅਜੇ ਇੰਨੇ ਹਮਲਿਆਂ ਦੇ ਬਾਵਜੂਦ ਵੀ ਕਾਇਮ ਆ। ਕੀ ਚਾਹੀਦਾ ਵੈਸੇ ਐਸੀਆਂ ਜਿਹੜੀਆਂ ਬਿਲਡਿੰਗਾਂ ਨੇ ਜਾਂ ਐਸੀਆਂ ਇਮਾਰਤਾਂ ਨੇ, ਉਹਨਾਂ ਦੀ ਸਾਂਭ ਸੰਭਾਲ ਵਾਸਤੇ ਕੋਈ ਉਪਰਾਲੇ ਨਹੀਂ ਕਰਨੇ ਚਾਹੀਦੇ? ਮੈਂ ਤਾਂ ਇੱਕ ਜਦੋਂ ਕੋਠੀ ਵੇਖਦਾ ਵਾਂ ਤਾਂ ਮੈਨੂੰ ਇੱਕ ਹੋਰ ਵੀ ਮਨ 'ਚ ਗੱਲ ਆਉਂਦੀ ਆ ਕਿ ਜਦੋਂ ਅੱਜ ਦਾ ਦੌਰ ਆਪਾਂ ਦੇਖਦੇ ਹਾਂ, ਪ੍ਰਵਾਸ ਬੜੇ ਵੱਡੇ ਪੱਧਰ 'ਤੇ ਹੋ ਰਿਹਾ, ਸਾਡੇ ਨੌਜਵਾਨ ਆਈਲੈਟਸ ਕਰਕੇ ਬਾਹਰ ਨੂੰ ਜਾ ਰਹੇ ਆ, ਇਕੱਲੇ ਪੁੱਤਰ ਵੀ ਜਾ ਰਹੇ ਆ, ਇੱਥੇ ਜ਼ਮੀਨ ਜਾਇਦਾਦ ਵੀ ਬੜੀ ਹੈ। ਇਹ ਕੋਠੀ ਜਿਹੜੀ ਆ ਉਹਨਾਂ ਪਰਿਵਾਰਾਂ ਲਈ ਜਾਂ ਪੰਜਾਬੀਆਂ ਲਈ ਇੱਕ ਉਦਾਹਰਨ ਆ ਕਿ ਜਦੋਂ ਤੁਸੀਂ ਇੱਥੋਂ ਛੱਡ ਜਾਂਦੇ ਜੇ ਨਾ ਆਪਣਾ, ਤਾਂ ਫਿਰ ਭਾਵੇਂ ਇੱਦਾਂ ਦੀ ਮਹਿਲ ਵੀ ਹੋਵੇ ਜਾਂ ਹੋਰ ਵੀ ਬੜੀਆਂ ਵੱਡੀਆਂ ਕੋਠੀਆਂ ਨੇ ਪੰਜਾਬ 'ਚ, ਖਦਸ਼ਾ ਇਹ ਆ ਵੀ ਕਿਤੇ ਇੱਦਾਂ ਦੀਆਂ ਉਹ ਵੀ ਨਾ ਬਣ ਜਾਣ। ਸੋ ਇਹ ਜਦੋਂ ਵੀ ਕੋਈ ਇੱਕ ਵਾਰ ਉੱਡ ਜਾਂਦਾ ਆਪਣੀ ਧਰਤੀ ਤੋਂ, ਬਹੁਤ ਘੱਟ ਲੋਕ ਹੀ ਆਉਂਦੇ ਆ। ਸੋ ਇਹ ਵੀ ਇੱਕ ਮਿਸਾਲ ਆ ਕਿ ਉਹ ਪਰਿਵਾਰ ਬੇਸ਼ੱਕ ਹੈਗੇ ਆ ਜੇ ਵੱਖ-ਵੱਖ ਦੇਸ਼ਾਂ 'ਚ, ਉਹ ਕਦੀ ਆਉਂਦੇ ਫੋਟੋ ਖਿਚਾਉਣ,
ਤੇ ਇਦਾਂ ਦੀ ਹਕੀਕਤ ਕਿਤੇ ਪੰਜਾਬ 'ਚ ਹੋਰ ਨਾ ਵਾਪਰੇ, ਇਹ ਅਰਦਾਸ। ਤੁਸੀਂ ਇਸ ਦਾ ਇਤਿਹਾਸ ਜਾਣ ਕੇ ਇਹਦੀ ਸਾਰੀ ਸਟੋਰੀ ਇੱਕ ਲਿਖੀ ਸੀ, ਤਾਂ ਤੁਹਾਡੇ ਕੋਈ ਮੇਲਜੋਲ ਹੋਇਆ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਜਿਹੜੇ ਹੁਣ ਵੀ ਕਿਤੇ ਵਿਦੇਸ਼ਾਂ 'ਚ ਵਸਦੇ ਹੋਣ? ਹਾਂਜੀ, ਇੱਕ ਦਿੱਲੀ ਤੋਂ ਵੀ ਫੋਨ ਆਇਆ ਸੀ, ਇੱਕ ਕੈਨੇਡਾ ਤੋਂ ਆਇਆ ਸੀ, ਇੱਕ ਇਸਮਾਈਲ ਮੁੰਡਾ ਵਾ ਇਹਨਾਂ ਦਾ ਪੜਪੋਤਾ ਦੱਸਦਾ ਸੀ, ਉਹਨੇ ਫਿਰ ਫੋਟੋਆਂ ਵੀ ਭੇਜੀਆਂ ਮੈਨੂੰ ਆਪਣੇ, ਉਹ ਇੱਕ ਭਲਵਾਨ ਭਰਾਵਾਂ ਜੋ ਆਪਣੇ ਪੜਦਾਦੇ ਦੀ ਇੱਕ ਦੀ, ਉਹ ਫੋਟੋ ਤੁਹਾਨੂੰ ਮੈਂ ਸ਼ੇਅਰ ਕਰੂੰਗਾ। ਸੋ ਉਹ ਰਹਿੰਦੇ ਆ, ਦੱਸਦੇ ਆ ਕਿ ਸਾਡਾ ਪਰਿਵਾਰ ਸੀ, ਪਰ ਕਿਤੇ ਨਾ ਕਿਤੇ ਉਹ ਪਹਿਲਾਂ 2 ਭਰਾ ਸੀ, ਉਹਨਾਂ ਦਾ ਕਾਫੀ ਪਰਿਵਾਰ ਅੱਗੇ ਤੋਂ ਅੱਗੇ ਕਾਫੀ ਵੱਡਾ ਪਰਿਵਾਰ ਉਹਨਾਂ ਦਾ, ਪਰ ਉਹਦੇ ਨਾਲ ਮੇਰੀ ਗੱਲ ਹੋਈ ਤਾਂ ਉਹ ਕਹਿੰਦਾ ਵੀ ਆਪਾਂ ਜੇ ਇੱਕ ਜਣਾ ਆ ਕੇ ਕੋਈ ਆਪਾਂ ਇੱਥੇ ਬਣਾਉਣ ਦੀ ਇਹਨੂੰ ਕੋਸ਼ਿਸ਼ ਕਰਦੇ ਹਾਂ, ਤੇ ਫਿਰ 4 ਬੰਦੇ ਹੋਰ ਮੁੜ ਕੇ ਦਾਅਵੇਦਾਰ ਉੱਠਦੇ ਆ, ਤਾਂ ਕੋਈ ਵੀ ਮੁੜ ਕੇ ਇਹ ਗੱਲ ਨੂੰ ਪਹਿਲ ਕਦਮੀ ਨਹੀਂ ਕਰਦਾ। ਅਤੇ ਉਹ ਇਹ ਗੱਲ 'ਤੇ ਮਾਣ ਤਾਂ ਜ਼ਰੂਰ ਕਰਦੇ ਆ ਕਿ ਸਾਡੇ ਬਜ਼ੁਰਗਾਂ ਨੇ ਐਡਾ ਮੱਲਾਂ ਮਾਰੀਆਂ, ਇੰਨੀ ਸ਼ਾਨਦਾਰ ਚੀਜ਼ ਬਣਾਈ, ਪਰ ਕਿਤੇ ਨਾ ਕਿਤੇ ਇਹੋ ਹੀ ਆ ਕਿ ਉਹਨਾਂ ਨੂੰ ਨਾ ਤਾਂ ਸਾਡੀ ਹੁਣ ਭਾਸ਼ਾ ਆਉਂਦੀ ਆ, ਇਹਨਾਂ ਉਹਨਾਂ ਨੂੰ ਪਤਾ ਵੀ ਸਾਡਾ ਪੰਜਾਬ ਨਾਲ ਪਿਛੋਕੜ ਆ, ਉਹ ਪੰਜਾਬੀ ਵੀ ਨਹੀਂ ਬੋਲ ਪਾਉਂਦੇ, ਸੋ ਕਿਤੇ ਨਾ ਕਿਤੇ ਜਾ ਕੇ ਉਹ ਹੁਣ ਜੜ੍ਹਾਂ ਨੂੰ ਟੁੱਟੇ ਆ ਜੀ। ਜੀ ਬਿਲਕੁਲ, ਕਿਤੇ ਨਾ ਕਿਤੇ ਜੜ੍ਹਾਂ ਨਾਲੋਂ ਟੁੱਟ ਗਏ ਨੇ। ਇਹ ਕੋਠੀ ਜੋ ਤੁਸੀਂ ਦੇਖ ਰਹੇ ਹੋ, ਜਦੋਂ ਇਹ ਕੋਠੀ ਬਣੀ ਉਸ ਵੇਲੇ 2 ਕਰੋੜ ਤੇ 40 ਲੱਖ ਦੇ ਕਰੀਬ ਇੱਟਾਂ ਜਿਹੜੀਆਂ ਕਿ ਇਹਨਾਂ ਦੇ ਭਰਾਵਾਂ ਦੇ ਵੱਲੋਂ ਹੀ ਪੱਠਾ ਲਗਾਇਆ ਗਿਆ ਸੀ, ਉਸ ਪੱਠੇ ਦੀਆਂ ਇੱਟਾਂ ਜਿਹੜੀਆਂ ਤਿਆਰ ਹੋਈਆਂ ਸੀ ਉਹ ਇੱਥੇ ਲੱਗੀਆਂ। ਬਟਾਲੇ ਦਾ ਕਹਿੰਦੇ ਲੋਹਾ ਵੀ ਉਸ ਵੇਲੇ ਮੁੱਕ ਗਿਆ ਸੀ ਜਦੋਂ ਇਹ ਕੋਠੀ ਤਿਆਰ ਹੋਈ। ਇਸ ਕੋਠੀ ਦੇ ਵਿੱਚ ਫਿਲਮਾਂ ਦੀਆਂ, ਪੰਜਾਬੀ ਗਾਣਿਆਂ ਦੀਆਂ ਸ਼ੂਟਿੰਗਾਂ ਵੀ ਹੁੰਦੀਆਂ ਰਹੀਆਂ। ਅਗਰ ਮਜ਼ਬੂਤੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੋਠੀ ਦੀ ਕੰਧ ਦੀ ਚੌੜਾਈ ਵੇਖੀ ਜਾਵੇ ਤਾਂ 30 ਇੰਚ ਦੇ ਕਰੀਬ ਇਸ ਕੋਠੀ ਦੀ ਕੰਧ ਦੀ ਚੌੜਾਈ ਹੈ, ਕਿਉਂਕਿ ਅੱਜ ਕੱਲ੍ਹ ਜੋ ਕੋਠੀਆਂ ਬਣਦੀਆਂ ਜ਼ਿਆਦਾ ਤੋਂ ਜ਼ਿਆਦਾ 14 ਇੰਚੀ ਜਾਂ ਫਿਰ 9 ਇੰਚੀ ਦੀ ਕੰਧਾਂ ਦੀਆਂ ਚੌੜਾਈਆਂ ਹੁੰਦੀਆਂ ਨੇ, ਅਤੇ ਇਹ 30 ਇੰਚ ਚੌੜਾਈ ਦੀ ਕੰਧ ਬਣਾ ਕੇ ਕੋਠੀ ਤਿਆਰ ਕੀਤੀ ਗਈ। ਦੋਵਾਂ ਭਲਵਾਨ ਭਰਾਵਾਂ ਵੱਲੋਂ ਮਿਹਨਤ ਕੀਤੀ, ਪੈਸਾ ਲਗਾਇਆ, ਅਣਖ ਜਾਗੀ ਅਤੇ ਕੋਠੀ ਬਣਾਈ। ਪਰ ਨਾਲ ਦੀ ਨਾਲ ਜਿਹੜੀ ਗੱਲ ਇੱਕ ਸਾਹਮਣੇ ਆਈ ਹੈ ਕਿ ਜਦੋਂ ਪੰਛੀ ਆਪਣਾ ਆਲ੍ਹਣਾ ਛੱਡ ਕੇ ਉੱਡ ਜਾਂਦੇ ਹਨ ਤਾਂ ਉਹ ਆਲ੍ਹਣੇ ਵੀ ਜਿਹੜੇ ਨੇ ਉੱਜੜ ਜਾਂਦੇ ਹਨ। ਇਸੇ ਤਰੀਕੇ ਹੀ ਇਸ ਕੋਠੀ ਨਾਲ ਵੀ ਹੋਇਆ। ਜਦੋਂ ਇਹ ਭਰਾ ਆਪਣੀ ਜ਼ਮੀਨ ਨੂੰ, ਆਪਣੀ ਜਗ੍ਹਾ ਨੂੰ ਛੱਡ ਕੇ ਵਿਦੇਸ਼ਾਂ 'ਚ ਚਲੇ ਗਏ, ਉੱਥੇ ਪਰਿਵਾਰ ਵਸ ਗਏ, ਤਾਂ ਇਹ ਭਲਵਾਨ ਭਰਾ ਗੁਰਦਿੱਤ ਸਿੰਘ ਹਾਕਮ ਸਿੰਘ ਵੱਲੋਂ ਤਿਆਰ ਕੀਤਾ ਗਿਆ ਪਿੰਡ ਚੋਣੇ ਦੇ ਵਿੱਚ ਇਹ ਆਲ੍ਹਣਾ, ਜਿਹਨੂੰ ਕਿ ਮਹਿਲਨੁਮਾ ਕੋਠੀ ਵੀ ਕਹਿ ਸਕਦੇ ਹਾਂ, ਉਹ ਹੁਣ ਉੱਜੜ ਕੇ ਰਹਿ ਚੁੱਕਾ ਹੈ। ਪੰਜਾਬੀਆਂ ਦੀ ਅਣਖ ਜ਼ਰੂਰ ਜਾਗਦੀ ਹੈ, ਪੰਜਾਬੀ ਮਿਹਨਤ ਵੀ ਜ਼ਰੂਰ ਕਰਦੇ ਹਨ, ਪਰ ਕਿਤੇ ਨਾ ਕਿਤੇ ਜਦੋਂ ਆਪਣੀ ਜੜ੍ਹਾਂ ਨਾਲੋਂ ਟੁੱਟ ਜਾਂਦੇ ਹਨ ਅਤੇ ਪਿਛੋਕੜ ਜਿਹੜਾ ਹੈ ਉਹਨਾਂ ਦਾ, ਉਹਦੇ ਇਹੀ ਹਾਲਾਤ ਹੁੰਦੇ ਹਨ। ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਭੋਪਾਲ ਸਿੰਘ, ਲਿਵਿੰਗ ਇੰਡੀਆ ਨਿਊਜ਼, ਗੁਰਦਾਸਪੁਰ, ਪਿੰਡ ਚੋਣੇ।